Good morning, students. BA फर्स्ट ईयर ਸਮੈਸਟਰ ਸੈਕੰਡ ਬੇਟਾ ਫਰਸਟ ਸਮੈਸਟਰ 'ਚ ਆਪਾਂ ਪੜ੍ਹੀ ਸੀ ਮਾਈਕਰੋ ਇਕਨੋਮਿਕਸ। ਹੁਣ ਹੈ ਤੁਹਾਡੀ ਮੈਕਰੋ ਇਕਨੋਮਿਕਸ। ਮਾਈਕਰੋ ਤੇ ਮੈਕਰੋ 'ਚ ਕੀ ਡਿਫਰੈਂਸ ਹੈ? ਮਾਈਕਰੋ 'ਚ ਆਪਾਂ ਪੜ੍ਹਦੇ ਹਾਂ ਸਿੰਗਲ ਯੂਨਿਟ ਦੀ ਸਟੱਡੀ। ਠੀਕ ਹੈ, ਮਾਈਕਰੋ 'ਚ ਆਪਾਂ ਕੀ ਸਟੱਡੀ ਕਰਦੇ ਹਾਂ? ਸਿੰਗਲ ਯੂਨਿਟ, ਲਾਈਕ ਇੱਕ ਪਰਸਨ ਦੀ ਸਟੱਡੀ, ਇੱਕ ਫਰਮ, ਇੱਕ ਉਦਯੋਗ, ਤਾਂ ਉਹਨੂੰ ਆਪਾਂ ਕਹਾਂਗੇ ਮਾਈਕਰੋ। ਜਦੋਂ ਆਪਾਂ ਵਿਸ਼ਾਲ ਰੂਪ ਦੇ ਵਿੱਚ ਕਿਸੇ ਚੀਜ਼ ਦੀ ਸਟੱਡੀ ਕਰਾਂਗੇ ਉਹਨੂੰ ਕਹਾਂਗੇ ਆਪਾਂ ਮੈਕਰੋ। ਜਿਵੇਂ ਇੱਕ ਵਿਅਕਤੀ ਦੀ ਇਨਕਮ, ਪ੍ਰਤੀ ਵਿਅਕਤੀ ਆਮਦਨ ਪੜ੍ਹਾਂਗੇ ਤਾਂ ਮਾਈਕਰੋ। ਜੇ ਉਹਨੂੰ ਆਪਾਂ ਨੈਸ਼ਨਲ ਇਨਕਮ ਪੜ੍ਹਾਂਗੇ, ਪੂਰੇ ਰਾਸ਼ਟਰ ਦੀ ਇਨਕਮ ਪੜ੍ਹਾਂਗੇ, ਉਹ ਹੋ ਜਾਏਗੀ ਮੈਕਰੋ। ਮਾਈਕਰੋ ਤੇ ਮੈਕਰੋ 'ਚ ਡਿਫਰੈਂਸ ਕੀ ਹੈ? ਮਾਈਕਰੋ ਦੇ ਵਿੱਚ ਆਪਾਂ ਸਿੰਗਲ ਯੂਨਿਟ ਦੀ ਸਟੱਡੀ ਕਰਦੇ ਹਾਂ, ਮੈਕਰੋ ਦੇ ਵਿੱਚ ਆਪਾਂ ਵਿਸ਼ਾਲ ਸਟੱਡੀ ਕਰਦੇ ਹਾਂ। ਠੀਕ ਹੈ, ਵੱਡੇ ਪੱਧਰ 'ਤੇ ਜੋ ਸਟੱਡੀ ਕਰਾਂਗੇ ਉਹਨੂੰ ਕਹਾਂਗੇ ਮੈਕਰੋ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਮੈਕਰੋ। ਇਹ ਕਿਹਦੇ ਤੋਂ ਨਿਕਲਿਆ? ਮੈਕਰੋਸ, ਜਿਸ ਦਾ ਅਰਥ ਕੀ ਹੈ? ਲਾਰਜ। ਠੀਕ ਹੈ, ਇਹ ਤੁਹਾਡਾ ਫਸਟ ਯੂਨਿਟ ਹੈ। ਜਿਵੇਂ ਤੁਹਾਡੇ ਫਸਟ ਸਮੈਸਟਰ 'ਚ ਪੇਪਰ ਹੋਏ ਆ, ਸੇਮ ਸੈਕਿੰਡ 'ਚ ਹੋਣੇ ਆ। 4 ਯੂਨਿਟ ਆਉਣੇ ਆ, ਇੱਕ ਯੂਨਿਟ 'ਚ ਤੁਹਾਨੂੰ ਵੈਰੀ ਸ਼ੋਰਟ ਕੁਐਸਚਨ ਆਉਣੇ ਆ। ਇਹ ਫਸਟ ਯੂਨਿਟ ਹੈ ਤੁਹਾਡਾ। ਇਹਦੇ ਵਿੱਚ ਕੀ ਹੈ? ਜਿਹੜੇ ਮੈਕਰੋ ਇਕਨੋਮਿਕਸ ਹੈ, ਇਹਦਾ ਮੀਨਿੰਗ, ਇਹਦਾ ਸਕੋਪ ਤੇ ਨੇਚਰ। ਇਹ ਪਹਿਲਾ ਤੁਹਾਨੂੰ ਜਿਹੜਾ ਮੈਂ ਸਿਲੇਬਸ ਪਾਇਆ ਉਹਦੀ ਫਸਟ ਲਾਈਨ ਹੈ ਇਹ। ਮੈਕਰੋ ਇਕਨੋਮਿਕਸ ਦਾ ਮੀਨਿੰਗ, ਸਕੋਪ ਤੇ ਨੇਚਰ। ਅੱਜ ਆਪਾਂ ਉਹੀ ਕੁਐਸਚਨ ਕਰਨ ਜਾ ਰਹੇ ਹਾਂ, ਧਿਆਨ ਦਿਓ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਮੈਕਰੋ। ਠੀਕ ਹੈ, ਮੈਕਰੋ ਕਿੱਥੋਂ ਬਣਿਆ? ਮੈਕਰੋਸ ਤੋਂ। ਮੈਕਰੋਸ ਦਾ ਮਤਲਬ ਕੀ ਹੈ? ਲਾਰਜ। ਸਮਸ਼ਟੀ ਅਰਥ ਸ਼ਾਸਤਰ ਵਿੱਚ ਆਰਥਿਕ ਸਮੱਸਿਆਵਾਂ ਦੇ ਅਰਥ ਵਿਵਸਥਾ ਦੇ ਦ੍ਰਿਸ਼ਟੀਕੋਣ ਨਾਲ ਅਧਿਐਨ ਕਰਨਾ। ਆਪਾਂ ਪੂਰੀ ਇਕੋਨਮੀ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਸਟੱਡੀ ਕਰਨੀ ਹੈ। ਬੁੱਕ ਤੁਹਾਡੀ TR ਜੈਨ ਹੈ ਬੇਟਾ। ਠੀਕ ਹੈ, ਆਪਾਂ ਕੀ ਕਰਨੀ ਹੈ? ਪੂਰੀ ਇਕੋਨਮੀ ਦੇ ਪੁਆਇੰਟ ਆਫ ਵਿਊ ਤੋਂ ਸਟੱਡੀ ਕਰਨੀ ਹੈ। ਪੂਰੀ ਇਕੋਨਮੀ ਵਿੱਚ ਜਿਵੇਂ ਕਿ ਆਪਾਂ ਕੀ ਪੜਾਂਗੇ? ਕੁੱਲ ਉਪਭੋਗ, ਇੱਕ ਵਿਅਕਤੀ ਦਾ ਉਪਭੋਗ ਨਹੀਂ, ਕੁੱਲ ਉਪਭੋਗ, ਪੂਰੀ ਅਰਥ ਵਿਵਸਥਾ ਦਾ, ਸਾਰੇ ਲੋਕਾਂ ਦਾ, ਪੂਰੀ ਅਰਥ ਵਿਵਸਥਾ ਦਾ ਉਪਭੋਗ, ਕੁੱਲ ਰੁਜ਼ਗਾਰ, ਰਾਸ਼ਟਰੀ ਆਮਦਨ, ਕੀਮਤ ਪੱਧਰ। ਠੀਕ ਹੈ, ਇਹ ਕੀ ਹੋ ਗਿਆ? ਵੱਡੇ ਲੈਵਲ ਤੇ ਜਦੋਂ ਆਪਾਂ ਸਟੱਡੀ ਕੀਤੀ, ਮਤਲਬ ਇੱਕ ਸਮੂਹ ਦੀ ਪੂਰੀ ਅਰਥ ਸ਼ਾਸਤਰ ਦੀ, ਪੂਰੀ ਇਕੋਨਮੀ ਦੀ ਜਦੋਂ ਆਪਾਂ ਸਟੱਡੀ ਕਰਦੇ ਹਾਂ, ਉਹ ਕੀ ਹੋ ਗਈ? ਮੈਕਰੋ। ਉਸ ਤੋਂ ਬਾਅਦ ਇੱਕ ਅੱਧੀ ਤੁਸੀਂ ਡੈਫੀਨੇਸ਼ਨ ਜਿਹੜੀ ਤੁਹਾਨੂੰ ਈਜ਼ੀ ਲੱਗਦੀ ਉਹ ਕਰ ਲਓ, ਜਿਵੇਂ ਬੋਲਡਿੰਗ ਦੀ ਕਰ ਲਓ। ਮੈਕਰੋ ਇਕਨੋਮਿਕਸ ਥਿਓਰੀ ਇਜ਼ ਦੈਟ ਪਾਰਟ ਆਫ ਇਕਨੋਮਿਕਸ ਵਿਚ ਸਟੱਡੀਜ਼ ਦਾ ਓਵਰਆਲ ਐਵਰੇਜਿਸ ਐਂਡ ਐਗਰੀਗੇਟਸ ਆਫ ਦਾ ਸਿਸਟਮ। ਕਹਿੰਦਾ ਮੈਕਰੋ ਇਕਨੋਮਿਕਸ ਥਿਓਰੀ ਕੀ ਹੈ? ਇਕਨੋਮਿਕਸ ਦਾ ਉਹ ਪਾਰਟ ਹੈ ਜੋ ਕਿ ਸਟੱਡੀ ਕਰਦਾ ਹੈ ਓਵਰਆਲ ਐਵਰੇਜਿਸ ਐਂਡ ਐਗਰੀਗੇਟ ਆਫ ਦਾ ਸਿਸਟਮ। ਰਾਈਟ, ਇਸ ਕਰਕੇ ਜਿਹੜੀ ਸਮਸ਼ਟੀ ਅਰਥ ਸ਼ਾਸਤਰ ਹੈ, ਪੰਜਾਬੀ 'ਚ ਵੀ ਦੇਖ ਲਓ, ਅਰਥ ਸ਼ਾਸਤਰ ਦਾ ਉਹ ਹਿੱਸਾ ਹੈ ਜੋ ਕੁੱਲ ਔਸਤ ਅਤੇ ਕੁੱਲ ਸਮੂਹਾਂ ਦਾ ਅਧਿਐਨ ਕਰਦਾ ਹੈ। ਕੁੱਲ ਮੀਨਸ ਐਗਰੀਗੇਟਸ, ਮੀਨਸ ਟੋਟਲ, ਮੀਨਸ ਵਿਸ਼ਾਲ ਸਟੱਡੀ। ਇੱਕ ਬੰਦੇ ਦੀ ਸਟੱਡੀ ਨਹੀਂ, ਸਾਰੇ ਸਮੂਹ ਦੀ ਸਟੱਡੀ। ਉਸ ਤੋਂ ਬਾਅਦ ਆਪਾਂ ਪੜ੍ਹਨਾ ਇਹਦਾ ਖੇਤਰ, ਸਕੋਪ। ਸਕੋਪ 'ਚ ਕੀ ਪੜ੍ਹਨਾ ਆਪਾਂ? ਦੇਖੋ, ਇਹ ਤਾਂ ਹੋ ਗਿਆ ਇਹਦਾ ਮੀਨਿੰਗ, ਡੈਫੀਨੇਸ਼ਨ। ਹੁਣ ਆ ਜਾਓ ਸਕੋਪ ਤੇ। ਸਕੋਪ ਦੇਖੋ ਧਿਆਨ ਨਾਲ। ਅਰਥ ਸ਼ਾਸਤਰ ਦਾ ਸਕੋਪ ਦਾ ਮਤਲਬ ਹੁੰਦਾ ਹੈ ਕਿ ਅਸੀਂ ਮੈਕਰੋ ਇਕਨੋਮਿਕਸ ਦੇ ਵਿੱਚ ਕੀ ਕੀ ਪੜ੍ਹਨਾ ਹੈ, ਕੀ ਪੜ੍ਹਾਂਗੇ, ਉਹ ਹੋ ਗਿਆ ਇਹਦਾ ਸਕੋਪ। ਖੇਤਰ ਕਿੱਥੇ ਕਿੱਥੇ ਲਾਗੂ ਹੁੰਦੀ ਹੈ। ਫਸਟ ਹੈ ਰਾਸ਼ਟਰੀ ਆਮਦਨ ਦਾ ਸਿਧਾਂਤ। ਜਿਹੜਾ ਆਪਾਂ ਨੈਸ਼ਨਲ ਇਨਕਮ ਦੀ ਥਿਓਰੀ ਪੜ੍ਹਦੇ ਹਾਂ, ਉਹ ਕਿਹਦੇ ਵਿੱਚ ਪੜ੍ਹਦੇ ਹਾਂ ਆਪਾਂ? ਮੈਕਰੋ ਇਕਨੋਮਿਕਸ ਵਿੱਚ। ਵਿਅਕਤੀਗਤ ਅਰਥ ਸ਼ਾਸਤਰ ਵਿੱਚ ਰਾਸ਼ਟਰੀ ਆਮਦਨ ਦੀ ਧਾਰਨਾ ਆਪਾਂ ਪੜ੍ਹਨਾ। ਉਹਦੇ ਵਿੱਚ ਇਸਦੇ ਵੱਖ-ਵੱਖ ਤੱਤ, ਮਾਪ ਦੀਆਂ ਵਿਧੀਆਂ। ਰਾਸ਼ਟਰੀ ਆਮਦਨ ਵਿੱਚ ਕੀ ਮਤਲਬ? ਰਾਸ਼ਟਰੀ ਆਮਦਨ ਜਦੋਂ ਅਸੀਂ ਕਾਊਂਟ ਕਰਨੀ ਹੈ, ਉਹਦੇ ਵਿੱਚ ਅਸੀਂ ਕਿਹੜੇ ਕਿਹੜੇ ਤੱਤ ਲੈਣੇ ਆ, ਕਿਹੜੇ ਕਿਹੜੇ ਫੈਕਟਸ ਲੈਣੇ ਆ, ਫਿਰ ਉਹਨਾਂ ਨੂੰ ਕਿਵੇਂ ਮਾਪਣਾ ਹੈ, ਉਹਨਾਂ ਦੀਆਂ ਵਿਧੀਆਂ ਕੀ ਹੈ, ਸਮਾਜਿਕ ਲੇਖੇ ਕੀ ਹੈ, ਇਹ ਸਾਰਿਆਂ ਦਾ ਜਦੋਂ ਅਧਿਐਨ ਆਪਾਂ ਕਰਾਂਗੇ ਉਹਨੂੰ ਕਹਾਂਗੇ ਰਾਸ਼ਟਰੀ ਆਮਦਨ ਦਾ ਸਿਧਾਂਤ। ਇੱਥੇ ਵਿਅਕਤੀਗਤ ਵਰਡ ਗਲਤ ਲਿਖਿਆ ਹੋਇਆ ਬੇਟਾ, ਵਿਅਕਤੀਗਤ ਨਹੀਂ ਆਉਣਾ, ਇੱਥੇ ਸਮਸ਼ਟੀ ਆਊਗਾ। ਸਮਸ਼ਟੀ ਅਰਥ ਸ਼ਾਸਤਰ ਦੀ ਸਟੱਡੀ ਕਰ ਰਹੇ ਹਾਂ ਆਪਾਂ। ਵਿਅਕਤੀਗਤ ਤਾਂ ਫਿਰ ਹੋ ਗਈ ਮਾਈਕਰੋ। ਮਾਈਕਰੋ ਆਪਾਂ ਫਸਟ ਸਮੈਸਟਰ 'ਚ ਰੀਡ ਕਰ ਚੁੱਕੇ ਹਾਂ। ਇਹ ਕੀ ਹੈ? ਮੈਕਰੋ। ਸੈਕਿੰਡ, ਥਿਓਰੀ ਆਫ ਇੰਪਲੋਇਮੈਂਟ। ਇਹਦੇ ਵਿੱਚ ਆਪਾਂ ਪੜ੍ਹਾਂਗੇ ਰੁਜ਼ਗਾਰ ਦਾ ਸਿਧਾਂਤ। ਸਮਸ਼ਟੀ ਅਰਥ ਸ਼ਾਸਤਰ ਵਿੱਚ ਰੁਜ਼ਗਾਰ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਕਿ ਬੇਰੁਜ਼ਗਾਰੀ ਕਿਉਂ ਹੈ, ਇਹਦਾ ਕਾਰਨ ਕੀ ਹੈ, ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਇਸ ਵਿੱਚ ਰੁਜ਼ਗਾਰ ਨਿਰਧਾਰਨ ਦੇ, ਜਿਵੇਂ ਕਹਿੰਦਾ ਰੁਜ਼ਗਾਰ ਨੂੰ ਨਿਰਧਾਰਨ ਕੌਣ ਕਰਦਾ ਹੈ? ਜਿਹੜਾ ਇੰਪਲੋਇਮੈਂਟ ਹੈ ਉਹ ਕਿਵੇਂ ਡਿਟਰਮਿਨ ਹੁੰਦੀ ਹੈ? ਪ੍ਰਭਾਵਪੂਰਨ ਮੰਗ,
ठीक है। इफैक्टिव डिमांड, प्रभावपूर्ण मंग का मतलब है टोटल डिमांड, ਜਿਹੜੇ ਸਾਰੇ ਲੋਕ ਇਕੱਠੇ ਹੋ ਕੇ ਡਿਮਾਂਡ ਕਰਦੇ ਆ। ਠੀਕ, ਦੇਖੋ ਡਿਮਾਂਡ ਤੇ ਰੁਜ਼ਗਾਰ ਦਾ ਕੀ ਸੰਬੰਧ ਹੈ, ਇਹਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਜੇ ਜ਼ਿਆਦਾ ਸਾਰੇ ਲੋਕ ਕਿਸੇ ਪ੍ਰੋਡਕਟ ਦੀ ਡਿਮਾਂਡ ਕਰੂਗੇ, ਡਿਮਾਂਡ ਨੂੰ ਦੇਖ ਕੇ ਹੀ ਆਪਾਂ ਪਿੱਛੋਂ ਸਪਲਾਈ ਕਰਾਂਗੇ। ਜੇ ਕਿਸੇ ਚੀਜ਼ ਦੀ ਡਿਮਾਂਡ ਹੋਊਗੀ ਆਪਾਂ ਪ੍ਰੋਡਕਸ਼ਨ ਕਰਾਂਗੇ, ਜੇ ਪ੍ਰੋਡਕਸ਼ਨ ਕਰਾਂਗੇ ਪ੍ਰੋਡਕਸ਼ਨ ਲਈ ਆਪਾਂ ਲੇਬਰ ਹਾਇਰ ਕਰਾਂਗੇ, ਲੇਬਰ ਹਾਇਰ ਕਰਾਂਗੇ ਤਾਂ ਉਹਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤਰ੍ਹਾਂ ਜਿਹੜਾ ਪ੍ਰਭਾਵਪੂਰਨ ਮੰਗ ਹੈ ਜਾਂ ਇਫੈਕਟਿਵ ਡਿਮਾਂਡ ਕਹਿੰਦੇ ਇਹਨੂੰ ਇੰਗਲਿਸ਼ ਵਿੱਚ, ਇਹਦਾ ਇੰਪਲੋਇਮੈਂਟ ਨਾਲ ਸਿੱਧਾ ਸੰਬੰਧ ਹੈ। ਕੁੱਲ ਪੂਰਤੀ, ਜਿੰਨੀ ਪੂਰਤੀ ਕਰਾਂਗੇ ਉਹਨਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੁੱਲ ਉਪਭੋਗ, ਠੀਕ ਹੈ, ਇਹਦੇ ਵਿੱਚ ਆਪਾਂ ਕੁੱਲ ਉਪਭੋਗ ਦੀ ਸਟੱਡੀ ਕਰਾਂਗੇ ਕਿ ਲੋਕ ਕਿੱਦਾਂ ਕੰਜ਼ੰਪਸ਼ਨ ਕਰਦੇ ਆ। ਠੀਕ ਹੈ, ਕਿਹੜੇ ਫੈਕਟਰਸ ਆ ਜਿਹੜੇ ਉਹਨਾਂ ਦੀ ਕੰਜ਼ੰਪਸ਼ਨ ਨੂੰ ਪ੍ਰਭਾਵਿਤ ਕਰਦੇ ਆ, ਕੀ ਉਹਨਾਂ ਨੂੰ ਕੰਜ਼ੰਪਸ਼ਨ ਘੱਟ ਕਰਨੀ ਚਾਹੀਦੀ ਹੈ, ਵੱਧ ਕਰਨੀ ਚਾਹੀਦੀ ਹੈ, ਇਹ ਸਾਰੀ ਸਟੱਡੀ ਆਪਾਂ ਕਿਹਦੇ ਵਿੱਚ ਕਰਨੀ ਹੈ, ਮੈਕਰੋ ਇਕਨੋਮਿਕਸ ਵਿੱਚ। ਕੁੱਲ ਬਚਤ, ਬਚਤ ਕਿੰਨੀ ਹੁੰਦੀ ਹੈ, ਗੁਣਕ ਆਦਿ, ਇਹ ਸਾਰੀਆਂ ਥਿਓਰੀਜ਼ ਹੈ ਬੇਟਾ, ਇਹ ਆਪਾਂ ਕਿਹਦੇ ਵਿੱਚ ਰੀਡ ਕਰਨੀ ਹੈ, ਮੈਕਰੋ ਇਕਨੋਮਿਕਸ ਵਿੱਚ। ਮੁਦਰਾ ਦਾ ਸਿਧਾਂਤ, ਥਿਓਰੀ ਆਫ ਮਨੀ, ਰੁਜ਼ਗਾਰ ਦੇ ਪੱਧਰ ਤੇ ਕਹਿੰਦਾ ਮੁਦਰਾ ਦੀ ਮੰਗ ਅਤੇ ਪੂਰਤੀ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਵੀ ਬਹੁਤ ਪ੍ਰਭਾਵ ਪੈਂਦਾ। ਇਕੋਨਮੀ ਦੇ ਵਿੱਚ ਕਿੰਨਾ ਪੈਸਾ ਹੈ, ਲੋਕਾਂ ਦੇ ਹੱਥਾਂ ਵਿੱਚ ਕਿੰਨਾ ਪੈਸਾ ਹੈ, ਕਿੰਨੀ ਉਹਨਾਂ ਕੋਲ ਪਰਚੇਜ਼ਿੰਗ ਪਾਵਰ ਹੈ, ਇਹ ਸਾਰਾ ਕੁਝ ਡਿਟਰਮਿਨ ਕਰਦਾ ਰੁਜ਼ਗਾਰ ਦਾ ਪੱਧਰ। ਕਿ ਜਿਹੜੀ ਮੇਨ ਇਕੋਨਮੀ ਦੀ ਆਪਣੀ ਸਮੱਸਿਆ ਕੀ ਹੈ, ਬੇਰੁਜ਼ਗਾਰੀ। ਜੇ ਲੋਕਾਂ ਕੋਲ ਰੁਜ਼ਗਾਰ ਹੋਊਗਾ ਉਹਨਾਂ ਦੀ ਇਨਕਮ ਹੋਊਗੀ, ਗਰੀਬੀ ਦੂਰ ਹੋਊਗੀ। ਠੀਕ ਹੈ, ਸਾਰੀਆਂ ਗਰੀਬੀ ਦੂਰ ਹੋਊਗੀ, ਸਾਰਾ ਕੁਝ ਕੀ ਹੈ, ਸਾਰੀਆਂ ਸਮੱਸਿਆਵਾਂ ਦੀ ਜੜ ਕੀ ਹੈ, ਬੇਰੁਜ਼ਗਾਰੀ। ਇਸ ਕਰਕੇ ਜਿਹੜਾ ਵੀ ਇਕਨੋਮਿਕਸ ਆਪਾਂ ਪੜ੍ਹਦੇ ਹਾਂ ਉਹਦਾ ਮੇਨ ਮੋਟਿਵ, ਮੇਨ ਫੋਕਸ ਕੀ ਹੈ ਕਿ ਅਸੀਂ ਰੁਜ਼ਗਾਰ ਨੂੰ ਪੜ੍ਹਨਾ ਹੈ, ਰੁਜ਼ਗਾਰ 'ਤੇ ਧਿਆਨ ਦੇਣਾ। ਠੀਕ ਹੈ, ਇਸ ਕਰਕੇ ਕਹਿੰਦੇ ਜੇ ਰੁਜ਼ਗਾਰ ਦਾ ਪੱਧਰ ਦੇਖਣਾ ਹੈ ਤੇ ਮੰਗ ਦੀ ਪੂਰਤੀ, ਮੁਦਰਾ ਦੀ ਮੰਗ ਦੀ ਪੂਰਤੀ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਵੀ ਬਹੁਤ ਅਸਰ ਪੈਂਦਾ ਹੈ। ਸਮਸ਼ਟੀ ਅਰਥ ਸ਼ਾਸਤਰ ਵਿੱਚ ਮੁਦਰਾ ਦੇ ਕੰਮ ਅਤੇ ਉਹਨਾਂ ਨਾਲ ਸੰਬੰਧਿਤ ਸਿਧਾਂਤਾਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਫੋਰਥ ਆ ਗਿਆ ਸਧਾਰਨ ਕੀਮਤ ਪੱਧਰ ਦਾ ਸਿਧਾਂਤ। ਠੀਕ ਹੈ, ਸਧਾਰਨ ਕੀਮਤ ਪੱਧਰ ਮੀਨਸ ਇੱਕ ਵਸਤੂ ਦਾ ਪ੍ਰਾਈਜ਼ ਨਹੀਂ, ਜਦੋਂ ਅਸੀਂ ਸਾਰੀਆਂ ਵਸਤੂਆਂ ਨੂੰ ਇਕੱਠਾ ਕਰਕੇ ਦੇਖਦੇ ਹਾਂ ਉਹਦਾ ਪ੍ਰਾਈਜ਼ ਦੇਖਦੇ ਹਾਂ ਤਾਂ ਉਹ ਪ੍ਰਾਈਜ਼ ਲੈਵਲ ਬਣ ਗਿਆ। ਠੀਕ ਹੈ, ਸਧਾਰਨ ਕੀਮਤ ਪੱਧਰ ਦਾ ਥਿਓਰੀ ਆਫ ਜਰਨਲ ਪ੍ਰਾਈਜ਼ ਲੈਵਲ। ਦੇਖੋ ਨਾ, ਆਪਣੀ ਇਕੋਨਮੀ ਦੀ ਸਭ ਤੋਂ ਵੱਡੀ ਹੋਰ ਸਮੱਸਿਆ ਬੇਰੁਜ਼ਗਾਰੀ ਤੋਂ ਬਾਅਦ ਅਗਲੀ ਸਮੱਸਿਆ ਆ ਗਈ ਮਹਿੰਗਾਈ, ਜਿਹਦੇ ਤੋਂ ਆਮ ਜਨਤਾ ਪੀੜਿਤ ਹੈ। ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ, ਪ੍ਰਾਈਜ਼ ਲੈਵਲ ਵੱਧ ਰਿਹਾ, ਇਹਨੂੰ ਹੀ ਆਪਾਂ ਮਹਿੰਗਾਈ ਕਹਿੰਦੇ ਹਾਂ। ਕੀਮਤਾਂ ਵਧੀਆਂ ਜਾ ਰਹੀਆਂ, ਪੈਟਰੋਲ ਦੀਆਂ, ਡੀਜ਼ਲ ਦੀਆਂ, ਸਬਜ਼ੀ ਦੀਆਂ, ਫਲਾਂ ਦੀਆਂ, ਰਾਸ਼ਨ ਦੀਆਂ, ਹੈ ਨਾ। ਇਹ ਜਦੋਂ ਪ੍ਰਾਈਜ਼ਿਸ ਵੱਧਦੇ ਆ ਇਹਨੂੰ ਆਪਾਂ ਕਹਾਂਗੇ ਪ੍ਰਾਈਜ਼ ਲੈਵਲ। ਮੀਨਸ ਪ੍ਰਾਈਜ਼ ਲੈਵਲ ਦੇ ਵਿੱਚ ਸਾਰੀਆਂ ਕੀਮਤਾਂ ਆ ਗਈਆਂ। ਜਦੋਂ ਸਾਰੀਆਂ ਕੀਮਤਾਂ ਵਧੀਆਂ, ਪ੍ਰਾਈਜ਼ ਲੈਵਲ ਵੱਧਦਾ ਤਾਂ ਮਹਿੰਗਾਈ ਪੈਦਾ ਹੁੰਦੀ ਹੈ, ਜਿਹਦੇ ਕਰਕੇ ਕੀ ਹੈ, ਇਹਦੇ ਨਾਲ ਵੀ ਡਿਮਾਂਡ 'ਤੇ ਅਸਰ ਪੈਂਦਾ ਹੈ। ਜਦੋਂ ਕਿਸੇ ਵਸਤੂ ਦਾ ਪ੍ਰਾਈਜ਼ ਬਹੁਤ ਵੱਧ ਜਾਂਦਾ ਉਹਦੀ ਡਿਮਾਂਡ ਘਟੂਗੀ, ਜਦੋਂ ਡਿਮਾਂਡ ਘਟੂਗੀ ਪਿੱਛੋਂ ਸਪਲਾਈ ਘਟਾਉਣੀ ਪਊਗੀ, ਸਪਲਾਈ ਘਟੂਗੀ ਰੁਜ਼ਗਾਰ ਘਟ ਜਾਊਗਾ, ਰੁਜ਼ਗਾਰ ਘਟਣ ਨਾਲ ਆਮਦਨ ਘਟ ਜਾਏਗੀ, ਆਮਦਨ ਘਟਣ ਨਾਲ ਗਰੀਬੀ ਵਧੇਗੀ, ਸਾਰੀਆਂ ਸਮੱਸਿਆਵਾਂ ਫਿਰ ਤੋਂ ਸ਼ੁਰੂ ਹੋ ਜੂਗੀਆਂ। ਇਸ ਕਰਕੇ ਅਸੀਂ ਇਹ ਸਾਰਾ ਕੁਝ ਇਕਨੋਮਿਕਸ ਸਟੱਡੀ ਕਰਦੇ ਹਾਂ ਕਿ ਇਹ ਸਮੱਸਿਆਵਾਂ ਕਿਉਂ ਪੈਦਾ ਹੁੰਦੀਆਂ, ਇਹ ਸਮੱਸਿਆਵਾਂ ਦੀ ਸੋਲਿਊਸ਼ਨ ਕੀ ਹੈ। ਠੀਕ ਹੈ, ਨੈਕਸਟ ਆ ਗਿਆ ਤੁਹਾਡੇ ਕੋਲ ਆਰਥਿਕ ਵਿਕਾਸ ਦਾ ਸਿਧਾਂਤ। ਸਮਸ਼ਟੀ ਅਰਥ ਸ਼ਾਸਤਰ ਵਿੱਚ ਆਰਥਿਕ ਵਿਕਾਸ ਭਾਵ ਪ੍ਰਤੀ ਮਨੁੱਖ ਅਸਲ ਆਮਦਨ ਵਿੱਚ ਹੋਣ ਵਾਲੇ ਵਾਧੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ। ਇਹਦਾ ਭਾਵ ਹੈ ਆਰਥਿਕ ਵਿਕਾਸ ਮਤਲਬ ਪ੍ਰਤੀ ਮਨੁੱਖ, ਹਰ ਮਨੁੱਖ ਦੀ ਅਸਲ ਆਮਦਨ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ। ਘੱਟ ਵਿਕਸਿਤ ਅਰਥ ਵਿਵਸਥਾਵਾਂ ਦੇ ਆਰਥਿਕ ਵਿਕਾਸ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਜਿਹੜੀਆਂ ਘੱਟ ਵਿਕਸਿਤ ਅਰਥ ਵਿਵਸਥਾਵਾਂ ਹੈ ਉਹਨਾਂ ਦੇ ਵਿੱਚ ਆਰਥਿਕ ਵਿਕਾਸ ਕਿਉਂ ਨਹੀਂ ਹੋ ਰਿਹਾ, ਜੇ ਹੋ ਰਿਹਾ ਤਾਂ ਉਹਦਾ ਕੀ ਕਾਰਨ ਹੈ, ਜੇ ਨਹੀਂ ਹੋ ਰਿਹਾ ਉਹਦਾ ਕੀ ਕਾਰਨ ਹੈ ਤੇ ਉਹਦਾ ਕੀ ਸੋਲਿਊਸ਼ਨ ਹੈ। ਠੀਕ ਹੈ, ਸਰਕਾਰ ਦੀ ਰਾਜਕੋਸ਼ੀ ਅਤੇ ਮੁਦਰਾ ਸੰਬੰਧੀ ਨੀਤੀਆਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਇਹ ਬੇਟਾ ਫਿਸਕਲ ਤੇ ਮੋਨੇਟਰੀ ਪਾਲਿਸੀ ਹੁੰਦੀ ਹੈ, ਇਹ ਪੂਰਾ ਚੈਪਟਰ ਹੈ ਇਹਦੇ ਵਿੱਚ। ਜੇ ਉਹ ਤੁਸੀਂ ਪੜ੍ਹ ਰਹੇ ਹੋ ਨਾ ਅੱਗੋਂ ਚੈਪਟਰਸ ਬਣ ਜਾਣੇ ਹੈ ਇੱਕ ਪੁਆਇੰਟ ਦੇ। ਇਹ ਖੇਤਰ ਦਾ ਮਤਲਬ ਹੀ ਇਹ ਕਿ ਅਸੀਂ ਇਹਦੇ ਵਿੱਚ ਪੜ੍ਹਨਾ ਕੀ ਹੈ ਮੈਕਰੋ ਇਕਨੋਮਿਕਸ ਵਿੱਚ। ਠੀਕ ਹੈ, ਫਿਸਕਲ ਪਾਲਿਸੀ ਕੀ ਹੈ, ਸਰਕਾਰ ਦੀ ਆਮਦਨ ਅਤੇ ਖਰਚ ਨਾਲ ਸੰਬੰਧਿਤ ਜਿਹੜੀ ਪਾਲਿਸੀ ਹੈ ਉਹਨੂੰ ਫਿਸਕਲ ਪਾਲਿਸੀ ਕਹਿੰਦੇ ਆ। ਰਾਜਕੋਸ਼ੀ ਨੀਤੀ, ਸਰਕਾਰ ਨੂੰ ਆਮਦਨ ਕਿੱਥੋਂ ਹੁੰਦੀ ਹੈ, ਟੈਕਸਿਸ ਤੋਂ, ਤੇ ਖਰਚੇ ਕਿੱਥੇ ਜਾਂਦੇ ਸਰਕਾਰ ਦੇ, ਜਿਵੇਂ ਸਰਕਾਰੀ ਸਕੂਲ, ਸਰਕਾਰੀ ਕਾਲਜ, ਸਰਕਾਰੀ ਹਸਪੀਟਲ, ਇਹ ਸਾਰੇ ਕਿਤੇ ਖਰਚੇ ਹੁੰਦੇ ਸਰਕਾਰ ਦੇ।
ਇਹਦੇ ਨਾਲ ਸੰਬੰਧਿਤ ਜੋ ਵੀ ਪਾਲਿਸੀਜ਼ ਬਣਦੀਆਂ ਉਹਨਾਂ ਨੂੰ ਕਹਿੰਦੇ ਆ ਫਿਸਕਲ ਪਾਲਿਸੀ। ਤੇ ਮੋਨੇਟਰੀ ਪਾਲਿਸੀ 'ਚ ਉਹਨਾਂ ਨੇ ਕੀ ਦੇਖਣਾ ਹੈ, ਇਕੋਨਮੀ ਦੇ ਵਿੱਚ ਮਨੀ ਸਪਲਾਈ ਕਿੰਨੀ ਹੈ, ਹੋਰ ਕਿੰਨੀ ਵਧਾਈ ਜਾਵੇ ਜਾਂ ਘਟਾਈ ਜਾਵੇ। ਨੈਕਸਟ ਆ ਗਿਆ ਅੰਤਰਰਾਸ਼ਟਰੀ ਵਪਾਰ ਦਾ ਸਿਧਾਂਤ, ਇੰਟਰਨੈਸ਼ਨਲ ਟ੍ਰੇਡ। ਸਮਸ਼ਟੀ ਅਰਥਸ਼ਾਸਤਰ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਵਪਾਰ ਦਾ ਵੀ ਆਪਾਂ ਇਹਦੇ ਵਿੱਚ ਆਪਾਂ ਕੀ ਪੜ੍ਹਨਾ, ਇੰਟਰਨੈਸ਼ਨਲ ਟ੍ਰੇਡ। ਕਿਹੜੀ ਕੰਟਰੀ ਨਾਲ ਸਾਡਾ ਟ੍ਰੇਡ ਹੈ, ਠੀਕ ਹੈ, ਕੀ ਟੈਰਿਫ ਕੀ ਹੁੰਦੇ ਹੈ, ਸੁਰੱਖਿਆ ਮੀਨਸ ਪ੍ਰੋਟੈਕਸ਼ਨ ਕੀ ਹੁੰਦੀ ਹੈ, ਹੁਣ ਕਈ ਕੰਟਰੀਜ਼ ਨਾਲ ਸਾਡਾ ਵਪਾਰ ਕਿਵੇਂ ਹੈ, ਕੀ ਸਾਨੂੰ ਇਹ ਵਪਾਰ ਦਾ ਫਾਇਦਾ ਹੈ ਜਾਂ ਨੁਕਸਾਨ ਹੈ, ਸਾਨੂੰ ਇਹ ਵਪਾਰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਇਹ ਸਾਰੀ ਸਟੱਡੀ ਆਪਾਂ ਕਿਹਦੇ ਵਿੱਚ ਕਰਨੀ ਹੈ, ਮੈਕਰੋ ਇਕਨੋਮਿਕਸ ਵਿੱਚ। ਆਪਾਂ ਕੀ ਪੜ੍ਹ ਲਿਆ ਅੱਜ, ਮੈਕਰੋ ਇਕਨੋਮਿਕਸ ਦਾ ਮੀਨਿੰਗ ਪੜ੍ਹ ਲਿਆ, ਇਹਦੀ ਡੈਫੀਨੇਸ਼ਨ ਪੜ੍ਹ ਲਈ ਤੇ ਇਹਦਾ ਸਕੋਪ ਪੜ੍ਹ ਲਿਆ। ਸਕੋਪ 'ਚ ਆਪਾਂ ਕੀ ਪੜ੍ਹਿਆ ਕਿ ਇੱਕ ਤਾਂ ਰਾਸ਼ਟਰੀ ਆਮਦਨ ਦਾ ਸਿਧਾਂਤ, ਇੰਪਲੋਇਮੈਂਟ ਦਾ ਸਿਧਾਂਤ, ਮਨੀ ਦੀ ਥਿਓਰੀ, ਜਰਨਲ ਪ੍ਰਾਈਸ ਲੈਵਲ, ਇਕਨੋਮਿਕ ਗਰੋਥ ਤੇ ਇੰਟਰਨੈਸ਼ਨਲ ਟ੍ਰੇਡ। ਇਹ ਸਾਰੇ ਟੌਪਿਕਸ ਆਪਾਂ ਕਿੱਚ ਪੜ੍ਹਨੇ ਆ, ਮੈਕਰੋ ਇਕਨੋਮਿਕਸ ਵਿੱਚ। ਇਹ ਤੁਹਾਡਾ ਫਸਟ ਦੇਖੋ ਸਿਲੇਬਸ ਜਿਹੜਾ ਮੈਂ ਤੁਹਾਨੂੰ ਦਿੱਤਾ ਆ ਤੁਹਾਡੀ ਬੁੱਕ ਦੇ ਅੱਗੇ ਵੀ ਗਿਵਨ ਹੁੰਦਾ। ਇਹ ਆ ਦੇਖੋ ਮੀਨਿੰਗ ਐਂਡ ਸਕੋਪ ਆਫ ਮੈਕਰੋ ਇਕਨੋਮਿਕਸ, ਇਹ ਪੰਜਾਬ ਯੂਨੀਵਰਸਿਟੀ ਦਾ ਸਿਲੇਬਸ ਹੈ। ਮੀਨਿੰਗ ਐਂਡ ਸਕੋਪ, ਆਪਾਂ ਮੀਨਿੰਗ ਵੀ ਕਰ ਲਿਆ, ਸਕੋਪ ਵੀ ਕਰ ਲਿਆ, ਠੀਕ ਹੈ। ਨੈਕਸਟ ਟੌਪਿਕ ਆਪਾਂ ਕੱਲ ਕਰਾਂਗੇ। ਹੁਣ ਇਹ ਵਾਲਾ ਟੌਪਿਕ ਤੁਸੀਂ ਪੜ੍ਹ ਕੇ, ਜਿਨ੍ਹਾਂ ਕੋਲ ਬੁੱਕਸ ਨਹੀਂ ਹੈ ਉਹ ਇਸੇ ਵੀਡੀਓ ਤੋਂ ਨੋਟਸ ਬਣਾਓ, ਨੋਟਸ ਬਣਾ ਕੇ ਗਰੁੱਪ ਵਿੱਚ ਹੀ ਮੈਨੂੰ ਸੈਂਡ ਕਰੋ, ਠੀਕ ਹੈ। ਓਕੇ ਬੇਟਾ, ਥੈਂਕ ਯੂ।